ਲੰਘੇ ਹੋਏ ਸਮੇਂ ਨੂੰ ਭੂਤਕਾਲ ਕਹਿੰਦੇ ਨੇ। ਚੱਲ ਰਹੇ ਸਮੇਂ ਨੂੰ ਵਰਤਮਾਨ, ਜਿਹੜਾ ਆਉਣ ਵਾਲਾ ਸਮਾਂ ਉਹਨੂੰ ਕਹਿੰਦੇ ਨੇ ਭਵਿੱਖ ਕਾਲ। ਇਹ ਤਿੰਨ ਕਾਲ ਵਿਦਵਾਨਾਂ ਨੇ ਗ੍ਰੰਥਾਂ ਦੇ ਵਿੱਚ ਮੰਨੇ ਨੇ। ਤ੍ਰੈ ਕਾਲ ਦਾ ਰੱਖਿਅਕ ਔਰ ਤਿੰਨਾਂ ਹੀ ਕਾਲ ਸਮਿਆਂ ਦਾ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਗਿਆਤਾ। ਤ੍ਰੈ ਕਾਲ ਦ੍ਰਿਸ਼ਟਾ, ਤ੍ਰੈ ਕਾਲ ਦਰਸ਼ੀ, ਤ੍ਰੈ ਕਾਲ ਗਿਆਤਾ। ਤ੍ਰੈ ਕਾਲ ਰੱਖਿਅਕ ਅਤੇ ਬੜੀ ਆਨੰਦ ਦੀ ਗੱਲ ਹੈ, ਜਿੱਥੇ ਨਾਨਕ ਨਿਰੰਕਾਰ ਤ੍ਰੈ ਕਾਲ ਤਿੰਨਾਂ ਸਮਿਆਂ ਦਾ ਰੱਖਿਅਕ ਹੈ। ਤ੍ਰੈ ਕਾਲ ਤਿੰਨਾਂ ਸਮਿਆਂ ਦਾ ਗਿਆਤਾ, ਤ੍ਰੈ ਕਾਲ ਤਿੰਨਾਂ ਸਮਿਆਂ ਦਾ ਦਰਸ਼ੀ ਦ੍ਰਿਸ਼ਟਾ। ਉੱਥੇ ਤ੍ਰੈ ਕਾਲ ਤਿੰਨਾਂ ਸਮਿਆਂ ਦੇ ਵਿੱਚ ਆਪ ਵਿਭੂ ਹੋ ਕੇ ਵਿਆਪਕ ਹੋ ਰਿਹਾ। ਇਹ ਨਹੀਂ ਵੀ ਵਰਤਮਾਨ ਦੇ ਵਿੱਚ ਵਿਆਪਕ ਹੈ। ਜੋ ਭੂਤਕਾਲ ਮਹੀਨਾ ਭਾਦੋਂ ਦਾ ਬੀਤ ਚੁੱਕਿਆ, ਉਸ ਵਿੱਚ ਵੀ ਵਿਆਪਕ ਸੀ। ਵਰਤਮਾਨ ਜੋ ਹੁਣ ਸਮਾਂ ਚੱਲ ਰਿਹਾ, ਇਸ ਵਿੱਚ ਵੀ ਵਿਆਪਕ ਹੈ। ਭਵਿੱਖ ਕਾਲ ਆਉਣ ਵਾਲਾ ਜਿਹੜਾ ਸਮਾਂ ਹੈ, ਉਹਦੇ ਵਿੱਚ ਵੀ ਵਿਆਪਕ ਹੈ। ਗੁਰੂ ਨਾਨਕ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਤ੍ਰੈ ਕਾਲ ਵਿਆਪਕ ਹੈ। ਔਰ ਇੱਕ ਗੱਲ ਯਾਦ ਰੱਖਿਓ, ਵਰਤਮਾਨ ਸਮਾਂ ਹਕੀਕਤ ਰੂਪ ਦੇ ਵਿੱਚ ਸੱਚਾਈ ਨੂੰ ਦਰਸਾਉਂਦਾ, ਸੱਚ ਨੂੰ ਦਰਸਾਉਂਦਾ, ਸੱਤਿਆ ਨੂੰ ਦਰਸਾਉਂਦਾ। ਵਰਤਮਾਨ ਕਿਉਂਕਿ ਭੂਤਕਾਲ ਲੰਘ ਚੁੱਕਿਆ, ਜਿਹੜਾ ਲੰਘ ਗਿਆ ਉਹ ਡੱਡ ਹੋ ਗਿਆ, ਮਰ ਗਿਆ। ਇਉਂ ਹੀ ਕਹਿ ਸਕਦੇ ਹਾਂ, ਜਿਹੜਾ ਸਮਾਂ ਅੱਗੇ ਆ ਰਿਹਾ ਇਹਨੂੰ ਕਹਿੰਦੇ ਆ ਭਵਿੱਖ ਕਾਲ। ਉਹਦਾ ਪਤਾ ਹੀ ਕੋਈ ਨਹੀਂ, ਆਉਣਾ ਜਾਂ ਨਹੀਂ ਆਉਣਾ। ਮੇਰੇ ਤੇ ਨਹੀਂ, ਹਾਂ ਮੇਰੇ ਲਈ ਇਹ ਗੱਲ ਆਮ ਵਿਅਕਤੀ ਦੇ ਲਈ, ਆਮ ਮਨੁੱਖ ਦੇ ਲਈ, ਜਾਂ ਮੈਂ ਇਹ ਕਹਿ ਲਵਾਂ ਵੀ ਜੋ ਦ੍ਰਿਸ਼ਟਮਾਨ ਜੀਵ ਜੰਤੂ ਹੈ, ਚਾਰ ਖਾਣੀਆਂ ਤੋਂ ਪੈਦਾ ਹੋਏ, ਅੰਡਜ, ਜੇਰਜ, ਸੇਤਜ, ਉਤਪੁਜ। ਅੰਡਜ ਆਂਡਿਆਂ ਤੋਂ, ਜੇਰਜ ਜੇਰ ਤੋਂ, ਸੇਤਜ ਮੁੜਕੇ ਤੋਂ, ਉਤਪੁਜ ਧਰਤੀ ਤੋਂ। ਪੇੜ ਪੌਦੇ ਆਦਿਕ ਜਾਂ ਧਰਤੀ ਤੋਂ ਨਿੱਕੇ ਨਿੱਕੇ ਜੀਵ ਜਿਹੜੇ ਪੈਦਾ ਹੁੰਦੇ ਨੇ, ਇਹ ਚਾਰ ਖਾਣੀਆਂ ਨੇ।
ਜਿੱਥੇ ਵਿਦਵਾਨਾਂ ਨੇ ਚਾਰ ਖਾਣੀਆਂ ਮੰਨੀਆਂ, ਉੱਥੇ ਚਾਰ ਬਾਣੀਆਂ ਵੀ ਆ। ਵੈਖਰੀ, ਮੱਧਮ ਤੇ ਚੌਥੀ ਆ ਪੈਸੰਤੀ। ਨੂੰ ਕਹਿੰਦੇ ਆ ਨਾਭੀ ਵਿੱਚੋਂ ਚੱਲ ਕੇ ਤੇ ਹਿਰਦੇ ਵਿੱਚ ਆ ਪਰਾ। ਇਹ ਚਾਰ ਬਾਣੀਆਂ ਔਰ ਚਾਰ ਹੀ ਖਾਣੀਆਂ, ਅੰਡਜ, ਜੀਰਜ, ਸਿਤਜ, ਉਤਪਜ। ਜੀਵ ਦਾ, ਮਨੁੱਖ ਦਾ 84 ਲੱਖ ਜੂਨੀ ਦਾ ਆਉਣ ਦਾ ਜਿਹੜਾ ਰਸਤਾ ਨਾ, ਇਹ ਦ੍ਰਿਸ਼ਟਮਾਨ ਸੰਸਾਰ ਦੇ ਉੱਪਰ, ਕਿਉਂਕਿ ਜੋ ਕੁਝ ਵੀ ਆ ਰਿਹਾ ਇਹ ਅਦ੍ਰਿਸ਼ ਚੋਂ ਆ ਰਿਹਾ। ਅਦ੍ਰਿਸ਼ ਕਹਿੰਦੇ ਨੇ ਜਿੱਥੇ ਕੁਝ ਦਿਸਦਾ ਹੀ ਨਹੀਂ। ਮੈਂ ਇਹ ਕਹਿ ਦੇਵਾਂ ਵਿਦਾਂਤਕ ਭਾਸ਼ਾ ਦੇ ਵਿੱਚ ਅਦ੍ਰਿਸ਼ਟਾ ਦ੍ਰਿਸ਼ਟਾ ਹੋ ਰਿਹਾ, ਦ੍ਰਿਸ਼ਟਾ ਫਿਰ ਅਦ੍ਰਿਸ਼ਟਾ ਹੋ ਰਿਹਾ। ਚਾਰ ਖਾਣੀਆਂ ਦੇ ਜਿੰਨੇ ਵੀ ਜੀਵ ਜੰਤੂ ਇਹ ਅਦ੍ਰਿਸ਼ਟੇ ਚੋਂ ਆ ਰਹੇ ਨੇ। ਅਦ੍ਰਿਸ਼ਟਾ ਹੁਣ ਚਾਰ ਖਾਣੀਆਂ ਦੇ ਜਿੰਨੇ ਜੀਵ ਜੰਤੂ ਆ, ਇਹਨੂੰ ਵਿਦਵਾਨਾਂ ਨੇ ਮੰਨਿਆ ਵੀ 84 ਲੱਖ ਦਾ ਗੇੜ। ਇਉਂ ਕਹਿ ਲਵੋ ਵੀ 84 ਲੱਖ ਜੂਨੀ, 84 ਲੱਖ ਜੂਨੀ ਦੇ ਵਿੱਚ ਜਿੰਨੇ ਵੀ ਜੀਵ ਜੰਤੂ ਹੈ, ਚਾਰ ਤਰ੍ਹਾਂ ਦੀ ਕਿਸਮ ਜੀਵ ਜੰਤੂ ਦੇ ਗ੍ਰੰਥਾਂ ਨੇ ਮੰਨੀ ਆ। ਇੱਕ ਉਹ ਜਿਹੜੇ ਢਿੱਡ ਰਗੜ ਕੇ ਤੁਰਦੇ, ਇਹਨਾਂ ਨੂੰ ਕਹਿੰਦੇ ਆ ਟੇਢੀਆਂ ਜੂਨਾਂ ਵਾਲੇ। ਸੱਪ ਆਦਿਕ, ਕਿਰਲੀ ਆਦਿਕ, ਇਸ ਤੋਂ ਇਲਾਵਾ ਠੂੰਹਾਂ ਆਦਿਕ, ਇਹ ਟੇਢੀਆਂ ਜੂਨਾਂ ਵਾਲੇ। ਔਰ ਦੂਸਰੀ ਕਿਸਮ ਚਾਰ ਪੈਰਾਂ ਵਾਲੇ, ਇਹਨਾਂ ਨੂੰ ਜਾਨਵਰ ਕਹਿ ਦਿੰਦੇ ਨੇ। ਚਾਰ ਪੈਰਾਂ ਦੇ ਵਿੱਚ ਪਸ਼ੂ ਆਦਿਕ, ਆਪਾਂ ਨੂੰ ਪਤਾ ਹੀ ਆ, ਗਾਂ, ਮੱਝ, ਘੋੜਾ, ਖੋਤਾ ਆਦਿਕ ਜਿੰਨੇ ਵੀ ਚਾਰ ਪੈਰਾਂ ਵਾਲੇ ਜਾਨਵਰ, ਢਿੱਡ ਰਗੜ ਕੇ ਤੁਰਨ ਵਾਲੇ ਛੋਟੇ ਛੋਟੇ ਜੀਵ ਜੰਤੂ, ਤੇ ਚੌਥੀ ਕਿਸਮ ਜੀਵ ਦੀ ਮੰਨੀ ਆ ਪੰਛੀ, ਖੰਭਾਂ ਵਾਲੇ, ਆਕਾਸ਼ ਵਿੱਚ ਉੱਡਦੇ ਨੇ। ਇਹ ਧਰਤੀ ਦੇ ਜੀਵ ਜੰਤੂਆਂ ਦੀ ਗੱਲ ਮੈਂ ਕਰ ਰਿਹਾ। ਪਾਣੀ ਦੇ ਵੱਖ ਹੈ, ਪਾਣੀ 'ਚ ਜਿੰਨੇ ਰਹਿ ਰਹੇ ਨੇ। ਤੇ ਚੌਥਾ ਦੋ ਪੈਰਾਂ ਵਾਲੇ, ਜਿਹਦੇ ਵਿੱਚ ਮਨੁੱਖ ਆਦਿਕ ਆ ਜਾਂਦੇ ਨੇ। ਇਹ ਚਾਰ ਕਿਸਮ ਦੇ ਚਾਰੇ ਹੀ ਖਾਣੀਆਂ ਦੇ ਰਾਹੀਂ ਜਿੰਨੇ ਜੀਵ ਜੰਤੂ ਆ ਰਹੇ ਆ, ਉਹ ਵਰਤਮਾਨ ਸਮਾਂ ਉਹਨਾਂ ਦੇ ਲਈ ਹਕੀਕਤ ਰੂਪ ਦੇ ਵਿੱਚ ਆ। ਉਹਦਾ ਸਮਾਂ ਕੋਈ ਵੀ ਨਹੀਂ। ਜੇ ਮੈਂ ਵਰਤਮਾਨ ਕਹਿ ਦਿੱਤਾ ਤੇ ਵਰਤਮਾਨ ਸੱਚਾ ਹੋ ਜਾਵੇਗਾ, ਕਿਉਂਕਿ ਵਰਤਮਾਨ ਤਿੰਨੇ ਹੀ ਕਾਲ, ਭੂਤਕਾਲ, ਵਰਤਮਾਨ ਕਾਲ, ਭਵਿਸ਼ਯਤ ਕਾਲ, ਤਿੰਨੇ ਹੀ ਨਾਸ਼ਵੰਤ ਹੈ। ਗੁਰਬਾਣੀ ਤਾਂ ਕਹਿੰਦੀ ਕਾਲ ਹੀ, ਜਿਹੜਾ ਸਮਾਂ ਹੀ ਆ ਨਾ, ਉਹ ਨਾਸ਼ਵੰਤ ਹੈ। ਹਾਂ, ਕਾਲ ਕੇ ਬਣਾਏ ਸਭ ਕਾਲ ਹੀ ਚੁਬਾਏਂਗੇ। ਇਹ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ। ਕਾਲ ਕੇ ਬਣਾਏ, ਸਮੇਂ ਦੇ ਵਿੱਚ ਆਪਾਂ ਪੈਦਾ ਹੋਏ। ਦੱਸੋ ਕਿ ਸਮੇਂ ਚੋਂ ਬਾਹਰ ਪੈਦਾ ਹੋਇਆ। ਜਿੰਨੇ ਵੀ ਜੀਵ ਜੰਤੂ, ਜੋ ਆਪਾਂ ਨੂੰ ਇਹ ਸੰਸਾਰ ਵੀ ਦਿਸਦਾ ਏ, ਜੋ ਪੇੜ ਪੌਦੇ, ਪਰਬਤ, ਖਾਣੀਆਂ, ਜੋ ਕੁਝ ਵੀ ਦਿਸ ਰਿਹਾ, ਤੁਹਾਨੂੰ ਸਮੇਂ ਤੋਂ ਬਾਹਰ ਨਹੀਂ।
ਸਮੇਂ ਤੋਂ ਬਾਹਰ ਪੈਦਾ ਨਹੀਂ ਹੋਇਆ ਤੇ ਸਮੇਂ ਤੋਂ ਬਾਹਰ ਹੋ ਕੇ ਇਹਨੇ ਮਰਨਾ ਨਹੀਂ, ਸਮੇਂ ਵਿੱਚ ਪੈਦਾ ਹੋ ਕੇ ਸਮੇਂ ਵਿੱਚ ਹੀ ਮਰਨਾ। ਇਸ ਕਰਕੇ ਗੁਰੂ ਨਾਨਕ ਦੇ 10ਵੇਂ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਕਾਲ ਕੇ ਬਣਾਏ ਸਭ ਕਾਲ ਹੀ ਚੁਬਾਏਂਗੇ। ਸਮੇਂ ਦੇ ਬਣਾਏ ਆ ਤੇ ਸਮੇਂ ਨੇ ਹੀ ਚੁਬਾਏਂਗੇ, ਖਤਮ ਕਰ ਦੇਣਾ। ਫਿਰ ਸਮੇਂ ਤੋਂ ਰਹਿਤ ਉਹ ਅਕਾਲ ਨਿਰੰਕਾਰ ਪਰਮਾਤਮਾ ਮੇਰਾ ਨਿਜ ਸਰੂਪ, ਮੇਰਾ ਸਵੈ ਸਰੂਪ, ਮੇਰਾ ਅਸਲੀ ਸਰੂਪ ਨਿਰੰਕਾਰ ਪਰਮਾਤਮਾ। ਇਉਂ ਕਹਿ ਲਵੋ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਉਂ ਕਹਿ ਲਵੋ ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ, 10 ਗੁਰੂ ਸਾਹਿਬਾਨ, 10 ਗੁਰੂ ਸਾਹਿਬਾਨਾਂ ਦੀ ਜਾਗਦੀ ਜੋਤ ਔਰ ਉਹਨਾਂ ਦੇ ਪਰਮ ਸੇਵਕ ਸਾਧੂ ਮਹਾਤਮਾ, ਜਿਹਦੇ ਬਾਰੇ ਗੁਰੂ ਤੇਗ ਬਹਾਦਰ ਦੇ ਆਪਾਂ ਜਿਸ ਵੇਲੇ ਸ਼ਲੋਕ ਪੜ੍ਹਦੇ ਆ, ਮਹਾਰਾਜ ਨੇ ਕਿਹਾ ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ। ਇਹ ਅਕਾਲ ਹੈ, ਕਾਲ ਤੋਂ ਰਹਿਤ, ਸਮੇਂ ਤੋਂ ਰਹਿਤ। ਇਸ ਕਰਕੇ ਤ੍ਰੈ ਕਾਲ, 3 ਕਾਲ ਹੈ, ਭੂਤ ਕਾਲ, ਵਰਤਮਾਨ ਕਾਲ, ਭਵਿੱਖ ਕਾਲ, ਹੈ ਤਿੰਨੇ ਹੀ ਨਾਸ਼ਵੰਤ। ਪਰ ਦੇਖਿਆ ਜਾਵੇ ਤੇ ਜਿੰਨੇ ਵੀ ਇਹ ਜੀਵ ਜੰਤੂ ਆ ਉਹਨਾਂ ਦੇ ਲਈ ਹਕੀਕਤ ਰੂਪ ਦੇ ਵਿੱਚ ਵੇਖੋ, ਜਿਵੇਂ ਹੁਣ ਇਹ ਸਮਾਂ ਚੱਲ ਰਿਹਾ, ਹੁਣ ਸਵੇਰ ਦਾ ਸਮਾਂ 1 ਸਕਿੰਟ, ਦੇਖੋ ਮਿੰਟ ਦਾ ਵੀ ਨਹੀਂ ਭਰੋਸਾ। ਗੁਰਬਾਣੀ ਤਾਂ ਕਹਿੰਦੀ ਆ ਵੀ ਪਲ ਦਾ ਵੀ ਨਹੀਂ ਭਰੋਸਾ। ਪਲ ਕਿੰਨਾ ਕੁ ਹੁੰਦਾ? ਸਕਿੰਟ ਤੋਂ ਵੀ ਥੱਲੇ ਹੁੰਦਾ, ਨਿਮਕ, ਸਕਿੰਟ ਤੋਂ ਵੀ ਥੱਲੇ। ਸਕਿੰਟ ਜਦੋਂ ਆਪਾਂ ਅੱਜ ਕੱਲ੍ਹ ਤੇ ਇਹ ਜ਼ਮਾਨਾ ਆ ਗਿਆ, ਮੋਬਾਈਲ ਦੇ ਉੱਪਰ ਆਪਾਂ ਦੇਖਦੇ ਆ ਨਾ, ਬਹੁਤ ਜ਼ਿਆਦਾ ਤੇਜ਼ ਗਿਣਤੀ ਜਿਸ ਵੇਲੇ 10 ਦੀ ਹੁੰਦੀ ਉਦੋਂ 1 ਸਕਿੰਟ ਬਣ ਜਾਂਦਾ। ਤੇਜ਼ ਗਿਣਤੀ 1 2 3 4 5 6 7 ਇਦਾਂ, ਮਤਲਬ ਉਦੋਂ 1 ਸਕਿੰਟ। ਮੋਬਾਈਲ ਤੇ ਆਪਾਂ ਦੇਖਦੇ ਆ 60 ਸਕਿੰਟਾਂ ਦਾ 1 ਮਿੰਟ, ਆਪਾਂ ਨੂੰ ਪਤਾ ਹੀ ਆ, ਤੇ 60 ਮਿੰਟਾਂ ਦਾ 1 ਘੰਟਾ, 24 ਘੰਟਿਆਂ ਦਾ 1 ਦਿਨ ਤੇ ਰਾਤ, 3 ਘੰਟਿਆਂ ਦਾ 1 ਪਹਿਰ, 4 ਪਹਿਰਾਂ ਦਾ 1 ਦਿਨ, 8 ਪਹਿਰਾਂ ਦਾ ਦਿਨ ਤੇ ਰਾਤ, ਜਿੰਨਾ ਮਰਜ਼ੀ ਅੱਗੇ ਵਧਾਈ ਚੱਲੋ। ਨਿਮਖ ਸਕਿੰਟ ਤੋਂ ਵੀ ਥੱਲੇ, ਯਾਨੀ ਜਿਹੜਾ ਸਮਾਂ ਵਰਤਮਾਨ ਚੱਲ ਰਿਹਾ ਤੁਸੀਂ ਸਮਝ ਹੀ ਜਾਓਗੇ, ਇਹ ਇੰਨੀ ਤੇਜ਼ੀ 'ਚ ਚੱਲ ਰਿਹਾ, ਇੰਨੀ ਤੇਜ਼ੀ 'ਚ, ਇੰਨਾ ਕੁ ਜ਼ਿਆਦਾ ਤੇਜ਼ ਵੀ ਆਪਾਂ ਦੇਖਦੇ ਹਾਂ ਵੀ ਹੌਲੀ ਚੱਲ ਰਿਹਾ। ਇਹ ਹੌਲੀ ਹੌਲੀ ਕੋਈ ਨਹੀਂ। ਸੋਚ ਕੇ ਦੇਖੋ ਇੱਕ ਇੱਕ ਨਿਮਖ ਕਿਵੇਂ ਬੀਤ ਰਿਹਾ। ਵਰਤਮਾਨ ਦੇ ਵਿੱਚ ਰਹਿਣ ਵਾਲਾ ਬੰਦਾ ਹੀ ਮਹਾਤਮਾ ਕਹਾਉਂਦਾ ਹੈ। ਉਦਾਂ ਸਮਾਂ ਜਿਹੜਾ, ਮੈਂ ਫਿਰ ਬੇਨਤੀ ਕਰਾਂ, ਕਿਉਂਕਿ ਤਿੰਨੇ ਕਾਲ ਹੀ, ਭਵਿੱਖ ਕਾਲ ਤੇ ਭੂਤ ਕਾਲ ਤੇ ਸਾਡੇ ਦੇਖਦੇ ਹੀ ਮਰ ਜਾਂਦਾ। ਦੇਖੋ ਸਮਾਂ ਲੰਘ ਗਿਆ, ਜਿਹੜਾ ਸ਼ਬਦ ਮੇਰੇ ਮੁਖ ਚੋਂ ਨਿਕਲ ਗਿਆ ਉਹ ਡੈਡ ਹੋ ਗਿਆ, ਲੰਘ ਗਿਆ ਸਮਾਂ। ਆਉਣ ਵਾਲਾ ਹਜੇ ਹੈਗਾ, ਪਤਾ ਨਹੀਂ ਉਹਦੇ ਵਿੱਚ ਮੈਂ ਪ੍ਰਵੇਸ਼ ਹੋਣਾ ਜਾਂ ਨਹੀਂ ਹੋਣਾ। ਇਉਂ ਕਹਿ ਲਵੋ 1 ਕਦਮ। ਬੰਦਾ ਕੀ ਕਰਦਾ ਹੁਣ? ਬੰਦੇ ਦਾ ਦੁਖੀ ਹੋਣ ਦਾ ਕਾਰਨ ਕੀ ਹੈ? ਸਾਧੂ ਮਹਾਤਮਾ ਰੱਬ ਦੇ ਪਿਆਰੇ ਜਿਹੜੇ ਉਹ ਸੁਖੀ ਕਿਉਂ ਆ? ਕੋਈ ਬਹੁਤਾ ਫਰਕ ਨਹੀਂ ਦੁਖੀ ਤੇ ਸੁਖੀ ਹੋਣ ਦੇ ਵਿੱਚ। ਦੁਨਿਆਵੀ ਬੰਦਾ ਦੁਖੀ ਹੈ, ਮਹਾਤਮਾ ਸੁਖੀ ਕਿਉਂ ਆ? ਉਹਦਾ ਇੱਕ ਛੋਟਾ ਜਿਹਾ ਕਾਰਨ ਆ, ਜਿਹੜਾ ਦੁਨਿਆਵੀ ਬੰਦਾ ਹੈ ਉਹ ਭੂਤ ਕਾਲ ਦੇ ਵਿੱਚ ਔਰ ਭਵਿੱਖ ਕਾਲ ਦੇ ਵਿੱਚ ਜਿੰਦਾ ਹੈ। ਜੋ ਬੀਤ ਗਿਆ ਉਹਦੇ ਬਾਰੇ ਸੋਚਣਾ। ਮੇਰੇ ਖਿਆਲ ਦੇ ਵਿੱਚ ਪੂਰੀ ਦੁਨੀਆ, ਜਿੱਥੋਂ ਤੱਕ ਗ੍ਰੰਥਾਂ ਨੇ ਮੰਨਿਆ, ਗ੍ਰੰਥਾਂ ਦੇ ਮੁਤਾਬਕ, ਸ਼ਾਸਤਰਾਂ ਦੇ ਮੁਤਾਬਕ, ਔਰ ਜੋ ਮੈਂ ਆਪਣੀ ਛੋਟੀ ਜੀ ਉਮਰ ਦੇ ਵਿੱਚ ਕਹਿ ਲਵੋ ਵੀ ਇਹ ਦੁਨੀਆ, ਜਿੰਨੀ ਵੀ ਦੁਨੀਆ ਉਹਨਾਂ ਨਾਲ ਮਿਲਿਆ, ਵਰਤਿਆ, ਪਤਾ ਲੱਗਿਆ, ਮਹਾਤਮਾ ਸਾਧੂ ਨਹੀਂ ਆਉਂਦੇ ਇਹਦੇ ਵਿੱਚ। ਇਹ ਗੱਲ ਚੇਤੇ ਰੱਖਿਓ, ਮਹਾਤਮਾ ਦੀ ਗੱਲ ਨਹੀਂ, ਸਾਧੂ ਦੀ, ਰੱਬ ਦੇ ਪਿਆਰੇ ਦੀ ਗੱਲ ਨਹੀਂ।
ਗੁਰਸਿੱਖ ਗੁਰਮੁਖ ਦੀ ਨਹੀਂ। ਦੁਨਿਆਵੀ ਬੰਦਾ ਜਿਹੜਾ ਨਾਸਤਕ ਹੈ, ਵਿਸ਼ਿਆਂ ਦੇ ਪ੍ਰਤੀ ਆਸਤਕ ਹੈ, ਵਿਸ਼ਈ, ਉਹਦੇ ਬਾਰੇ ਮੈਂ ਗੱਲ ਕਰ ਰਿਹਾ ਵੀ ਉਹ ਕੀ ਕਰਦਾ ਹੈ। ਵੀ ਜੇ ਬਜ਼ੁਰਗ ਕੋਲੇ ਬੈਠੀਏ, ਦੋ ਕੈਟਾਗਰੀ ਦੇ ਬੰਦੇ ਮੈਨੂੰ ਤਾਂ ਦਿਸੇ ਆ। ਵੀ ਜੇ ਬਜ਼ੁਰਗ ਕੋਲੇ ਬਹਿ ਜਾਈਏ ਤੇ ਉਹ ਫਿਰ ਆਪਣਾ ਲੰਘਿਆ ਹੋਇਆ ਸਮਾਂ ਬਤੀਤ, ਜਿਹੜਾ ਸਮਾਂ ਲੰਘ ਚੁੱਕਿਆ ਭੂਤਕਾਲ, ਉਹਦੇ ਬਾਰੇ ਦੱਸਣ ਲੱਗ ਪੈਂਦਾ। ਆਹ ਦੇਖਿਆ ਸੀ, ਆਹ ਕੀਤਾ ਸੀ, ਐਦਾਂ ਹੋਇਆ ਸੀ, ਇੱਥੇ ਗਏ ਸੀ, ਐਦਾਂ ਕਰਤਾ ਸੀ। ਠੀਕ ਹੈ ਜੀ। ਕਿਸ਼ੋਰ ਅਵਸਥਾ ਜਿਹੜਾ ਉਹਦੇ ਕੋਲੇ ਬਹਿ ਜਾਓ, ਕਿਸ਼ੋਰ ਅਵਸਥਾ ਤੁਸੀਂ ਸਮਝ ਹੀ ਗਏ ਹੋ। ਜਵਾਨੀ ਤੋਂ ਪਹਿਲਾਂ ਜਾਂ ਜਵਾਨ ਕੋਲੇ ਬਹਿ ਜਾਓ, ਬਚਪਨ ਤੋਂ ਬਾਅਦ ਕਿਸ਼ੋਰ। ਹਾਂ, ਜਿਹੜਾ ਬਚਪਨ ਬੱਚਾ ਹੁੰਦਾ ਨਾ, ਉਹ ਥੋੜਾ ਜਿਹਾ ਵਰਤਮਾਨ ਦੇ ਵਿੱਚ ਜੀਂਦਾ। ਉਹ ਕਿਉਂ ਜੀਂਦਾ? ਕਿਉਂਕਿ ਵਰਤਮਾਨ ਦੇ ਪ੍ਰਤੀ ਉਹ ਗਿਆਤਾ ਹੈ। ਭੂਤਕਾਲ ਦਾ ਉਹਨੂੰ ਬਹੁਤਾ ਪਤਾ ਨਹੀਂ। ਭੂਤਕਾਲ ਤੇ ਉਸੇ ਵੇਲੇ ਵਿਚਾਰਾਂ ਉਹਦੀਆਂ ਬਹੁਤ ਛੇਤੀ। ਇਹ ਪ੍ਰਕਿਰਤੀ ਦਾ ਇੱਕ ਕੁਦਰਤ ਦਾ ਨਿਯਮ ਬਣਿਆ ਹੋਇਆ, ਇਹਨੂੰ ਸਮਝਣਾ ਵੀ ਅਸੰਭਵ ਹੈ, ਕਠਨ, ਔਖਾ ਹੈ। ਭੂਤਕਾਲ। ਹੁਣ ਦੇਖੋ, ਇੱਕ ਗੱਲ ਯਾਦ ਰੱਖਿਓ, ਜਿਹੜਾ ਬੇਬੀ ਆ, ਬੱਚਾ ਛੋਟਾ, ਉਹ ਜ਼ਿਆਦਾਤਰ ਵਰਤਮਾਨ ਵਿੱਚ ਜੀਂਦਾ, ਕਿਉਂਕਿ ਉਹ ਵਰਤਮਾਨ ਦਾ ਹੀ ਗਿਆਤਾ। ਉਹਦੇ ਅੰਦਰ ਵਰਤਮਾਨ ਦੀਆਂ ਜਿਹੜੀਆਂ ਵਿਚਾਰਾਂ ਨੇ ਉਹਨਾਂ ਦਾ ਸੰਗ੍ਰਹਿ ਹੈ, ਇਕੱਠ ਹੈ। ਬਸ ਵਰਤਮਾਨ ਵਿੱਚ ਉਹਨੂੰ ਸਾਰਾ ਕੁਝ ਜੋ ਦੇਖਦਾ ਉਹਨੂੰ ਚੁੰਬੜ ਜਾਂਦਾ, ਕਿਉਂਕਿ ਹਜੇ ਪਤਾ ਹੀ ਨਹੀਂ। ਬੱਚੇ ਤੋਂ ਬਾਅਦ ਜਦੋਂ ਕਿਸ਼ੋਰ ਅਵਸਥਾ ਸ਼ੁਰੂ ਹੋ ਜਾਂਦੀ ਹੈ, ਔਰ ਇਹ ਵੀ ਗੱਲ ਬੜੀ ਮਜ਼ੇ ਵਾਲੀ ਹੈ ਕਿ ਅਸੀਂ ਬੱਚੇ ਦੇ ਅੰਦਰ ਵਰਤਮਾਨ ਤੋਂ ਬਾਅਦ ਭਵਿੱਖ ਕਾਲ ਨੂੰ ਭਰਦੇ ਹਾਂ। ਇਹ ਨਹੀਂ ਗੱਲ ਕਿ ਨਹੀਂ ਭਰਨਾ ਚਾਹੀਦਾ। ਹੁਣ ਚੇਤੇ ਰੱਖੋ, ਬੱਚਾ ਜਿਹੜਾ ਹੈਗਾ ਉਹ ਫਿਰ ਬੱਚੇ ਤੋਂ ਬਾਅਦ ਕਿਸ਼ੋਰ ਅਵਸਥਾ ਹੁੰਦੀ ਹੈ, 10, 11, 12 ਸਾਲ, 8, 9 ਸਾਲ। ਉਦੋਂ ਦੇ ਅੰਦਰ ਅਗਲੀਆਂ ਵਿਚਾਰਾਂ ਜਿਹੜੀਆਂ ਭਵਿੱਖ ਕਾਲ ਦੀਆਂ ਸ਼ੁਰੂ ਹੋ ਜਾਂਦੀਆਂ। ਜਵਾਨ ਕੋਲੇ ਬਹਿ ਜਾਓ, ਉਹ ਫਿਰ ਕੀ ਕਰਦਾ? ਉਹ ਕਹਿੰਦਾ ਮੈਂ ਆਹ ਕਰਾਂਗਾ, ਮੈਂ ਆਹ ਕਰਾਂਗਾ, ਇੱਦਾਂ ਹੋਵੇਗਾ, ਇੱਦਾਂ ਕਰੂੰਗਾ, ਇੱਦਾਂ ਹੋਵੇਗਾ, ਜ਼ਿੰਦਗੀ ਬੜੀ ਬਾਕੀ ਹੈ। ਬਜ਼ੁਰਗ ਕਹਿੰਦਾ ਹੋ ਗਿਆ ਸੀ, ਐਂ ਕੀਤਾ ਸੀ। ਤੇ ਜਵਾਨ ਇਹ ਗੱਲ ਕਹਿ ਰਿਹਾ ਇੱਦਾਂ ਕਰਾਂਗਾ। ਸਾਧੂ ਕਹਿੰਦਾ ਵਰਤਮਾਨ ਜੋ ਕਰ ਰਿਹਾ ਹੋ ਰਿਹਾ, ਬਸ ਮੈਂ ਨਹੀਂ ਕਰ ਰਿਹਾ। ਇਹਨੂੰ ਕਿਹਾ ਵੀ ਜਿਹੜਾ ਵਰਤਮਾਨ ਦੇ ਵਿੱਚ ਜਿੰਦਾ ਨਾ, ਉਹ ਹਮੇਸ਼ਾ ਸੁਖੀ ਹੈ। ਦੁੱਖ ਦਾ ਕਾਰਨ ਆ ਭਵਿੱਖ ਵਿੱਚ ਯਾਦ, ਔਰ ਭੂਤਕਾਲ ਦੇ ਵਿੱਚ ਯਾਦ। ਸੁੱਖ ਦਾ ਕਾਰਨ ਵਰਤਮਾਨ ਵਿੱਚ ਰਹੋ, ਪਰ ਰਿਹਾ ਨਹੀਂ ਜਾਂਦਾ। ਵਰਤਮਾਨ ਵਿੱਚ ਗੁਰਮੁਖ ਪਿਆਰੇ ਨੂੰ ਸਹਿਜ ਅਵਸਥਾ ਵੀ ਕਹਿ ਦਿੰਦੇ। ਉਹ ਕਹਿੰਦੇ ਜੋ ਉਹ ਨਿਰੰਕਾਰ ਕਰ ਰਿਹਾ, ਜੋ ਪਰਮਾਤਮਾ ਕਰ ਰਿਹਾ, ਜੋ ਵਾਹਿਗੁਰੂ ਕਰ ਰਿਹਾ, ਜੋ ਸਮਾਂ ਚੱਲ ਰਿਹਾ ਉਹਦੇ ਭਾਣੇ ਵਿੱਚ ਚੱਲੀ ਜਾਂਦਾ, ਬਸ ਹੋ ਹੀ ਜਾਂਦਾ, ਹੋ ਹੀ ਜਾਂਦਾ। ਕਿਉਂਕਿ ਪ੍ਰਕਿਰਤੀ ਦਾ ਨਿਯਮ ਹੋਣਾ, ਜਿਹੜੀ ਪ੍ਰਕਿਰਤੀ ਹੈ ਨਾ, ਉਹਦਾ ਨਿਯਮ ਹੋਣਾ ਹੋ ਹੀ ਜਾਂਦਾ। ਤੇ ਪਰਮਾਤਮਾ ਜਿਹੜਾ ਉਹ ਨਾ ਹੋਣੇ ਵਿੱਚ ਆ। ਜੇ ਪਰਮਾਤਮਾ ਹੋਣੇ ਵਿੱਚ ਹੋਵੇ ਤੇ ਫਿਰ ਉਹ ਨਿਰਵਿਕਾਰ ਹੋ ਜਾ, ਵਾਹਿਗੁਰੂ ਵਿਕਾਰੀ ਹੋ ਜਾਵੇਗਾ। ਉਹ ਤੇ ਨਿਰਵਿਕਾਰੀ ਹੈ। ਲੰਮੀਆਂ ਵਿਚਾਰਾਂ ਆ ਜਾਣੀਆਂ, ਸ਼ਾਇਦ ਤੁਹਾਡੇ ਸਮਝ ਵਿੱਚ ਨਾ ਆਉਣ। ਸੋ ਮੇਰਾ ਕਹਿਣ ਤੋਂ ਅਰਥ, ਜੋ ਵਰਤਮਾਨ ਸਮਾਂ ਹੈ ਹਕੀਕਤ ਰੂਪ ਦੇ ਵਿੱਚ ਇਹੀ ਮੈਨੂੰ ਤੇ ਸਹੀ ਲੱਗਦਾ ਹੈ। ਉਦਾਂ ਨਹੀਂ, ਉਦਾਂ ਤੇ ਤਿੰਨੇ ਸਮੇਂ ਨਾਸ਼ ਹੈ। ਅਕਾਲ ਜਿਹੜਾ ਕਾਲ ਤੋਂ ਰਹਿਤ ਪਰਮਾਤਮਾ, ਉਹ ਤਿੰਨਾਂ ਸਮਿਆਂ ਦੇ ਵਿੱਚ ਹੀ ਨਹੀਂ ਆਉਂਦਾ। ਪਰ ਉਦਾਂ ਦੇਖੀਏ, ਜਿਹੜਾ ਵਰਤਮਾਨ ਦੇ ਵਿੱਚ ਦੇਖਣ ਦੇ ਵਿੱਚ, ਦ੍ਰਿਸ਼ਟਿ ਰੂਪ ਦੇ ਵਿੱਚ ਦੇਖਣ ਦੇ ਵਿੱਚ ਮੈਨੂੰ ਇਉਂ ਲੱਗਦਾ ਵੀ ਵਰਤਮਾਨ ਥੋੜਾ ਜਿਹਾ ਸੱਚਾ ਲੱਗਦਾ। ਭਵਿੱਖ ਕਾਲ ਤਾਂ ਡੱਡ ਹੋ ਗਿਆ, ਵਾਹਿਗੁਰੂ ਭੂਤਕਾਲ ਲੰਘ ਗਿਆ। ਭਵਿੱਖ ਕਾਲ ਦਾ ਪਤਾ ਹੀ ਨਹੀਂ ਅਜੇ ਵੀ ਜੀਣਾ ਕਿ ਨਹੀਂ ਜੀਣਾ। ਜਿਹਦਾ ਪਤਾ ਹੀ ਨਹੀਂ, ਜੋ ਬੀਤ ਗਿਆ ਉਹ ਡੱਡ ਹੋ ਗਿਆ। ਜਿਹਦਾ ਪਤਾ ਹੀ ਨਹੀਂ, ਉਹਦੇ ਬਾਰੇ ਕੀ ਸੋਚਣਾ? ਫਿਰ ਜੋ ਲੰਘ ਗਿਆ ਉਹ ਡੱਡ ਹੋ ਗਿਆ, ਜਿਹਦਾ ਪਤਾ ਹੀ ਨਹੀਂ ਉਹਦੇ ਬਾਰੇ ਸੋਚਣਾ ਵਿਅਰਥ। ਹੁਣ ਇੱਥੇ ਨਾ ਹੋਵੇ ਵੀ ਅਵੇਸ ਲਈ ਹੋ ਕੇ ਬਹਿ ਜਾਣਾ। ਇਹ ਬੜੀ ਡੂੰਘੀ ਵਿਚਾਰ ਆ ਵੀ ਕੁਝ ਕਰਨਾ ਹੀ ਨਹੀਂ।
ਕਰਤੇ ਹੋ ਕੇ ਵੀ ਇਹ ਕਰਤੇ ਰਹਿਣਾ। ਇਹ ਸਾਧੂ ਦੀ ਵਰਤੀ ਆ, ਕਰਤੇ ਹੋ ਕੇ ਵੀ ਇਹ ਕਰਤਾ। ਜਦੋਂ ਇਹ ਲੱਗ ਜਾਂਦਾ ਨਿਸ਼ਿਧ ਪੱਖ ਹੋ ਜਾਂਦਾ। ਕੰਮ ਕਰਦਿਆਂ ਵੀ ਇਦਾਂ ਦੀ ਵਰਤੀ ਹੋਵੇ ਵੀ ਇਹ ਮੈਂ, ਮੇਰਾ ਫਰਜ਼ ਆ, ਬਸ ਮੈਂ ਕਰ ਰਿਹਾ, ਕਰਵਾ ਹੋ ਰਿਹਾ। ਗੁਰੂ ਨਾਨਕ ਕਰਵਾਈ ਜਾਂਦੇ ਨੇ, ਫਲ ਉਹਦੇ ਹੱਥ 'ਚ। ਕਰਮ ਦੇ ਪ੍ਰਤੀ ਜਦੋਂ ਸਾਡੇ ਅੰਦਰ ਕਸ਼ਿਸ਼ ਹੁੰਦੀ ਹੈ ਨਾ, ਇੱਛਾ ਹੁੰਦੀ ਹੈ ਵੀ ਆਹ ਵੀ ਮਿਲੇ, ਉਹ ਵੀ ਮਿਲੇ, ਉਦੋਂ ਅਸੀਂ ਫਸ ਜਾਂਦੇ ਹਾਂ ਬਸ। ਪਰ ਜਦੋਂ ਇਹ ਸਮਝ ਲਿਆ ਵੀ ਜੋ ਕਰਤਾ ਉਹ ਕਰੀ ਜਾਂਦਾ ਹੈ, ਫਲ ਦੇਣਾ ਵੀ ਉਹਦੇ ਹੱਥ 'ਚ ਹੈ, ਮੇਰੇ ਹੱਥ 'ਚ ਨਹੀਂ, ਮੇਰਾ ਕੰਮ ਕਰਮ ਕਰ। ਇਹਨੂੰ ਨਿਸ਼ਕਾਮ ਕਰਮ ਵੀ ਕਹਿ ਦਿੰਦੇ ਆ। ਨਿਸ਼ਕਾਮ ਕਰਮ ਅਸੀਂ ਜਿੰਨੇ ਆ ਸਕਾਮ ਕਰਮ ਦੇ ਵਿੱਚ ਹੀ ਬਤੀਤ ਕਰਦੇ ਆ ਆਪਣੀ ਸਾਰੀ ਜ਼ਿੰਦਗੀ, ਲਾਈਫ। ਸਾਧੂ ਨਿਸ਼ਕਾਮ ਕਰਮ ਹੋ ਜਾਂਦਾ, ਪੁੰਨ ਪਾਪ ਤੋਂ ਉੱਪਰ ਹੋ ਕੇ ਕਰਮ ਕਰਦਾ। ਦ੍ਰਿਸ਼ਟੀ ਦੀ ਨਿਗਾਹ ਦੇ ਵਿੱਚ, ਦੇਖਣ ਵਾਲੇ ਦੀ ਨਿਗਾਹ ਦੇ ਵਿੱਚ ਉਹ ਇਦਾਂ ਲੱਗਦਾ ਸਾਧੂ ਵੀ ਕੰਮ ਕਰ ਰਿਹਾ, ਪਰ ਉਹ ਕੰਮ ਕਿੱਦਾਂ ਕਰ ਰਿਹਾ? ਮੈਂ ਇੱਕ ਛੋਟੀ ਜਿਹੀ ਬੇਨਤੀ ਕਰਦੀ ਹਾਂ। ਮੈਂ ਤਾਂ ਇੱਥੇ ਬੇਨਤੀ ਕੀਤੀ ਹੈ ਵੀ ਅਵੇਸਲੇ ਹੋ ਕੇ ਵੀ ਨਹੀਂ ਬੈਠਣਾ ਵੀ ਛੱਡੋ ਜੀ ਫਿਰ ਤਾਂ ਜਮਾਂ ਹੀ ਜ਼ੀਰੋ ਹੋ ਜਾਵਾਂਗੇ। ਮੈਂ ਕਈ ਵਾਰ ਇਹ ਬੇਨਤੀ ਕੀਤੀ। ਇੱਕ ਵਾਰੀ ਨਾ ਮੈਨੂੰ ਯਾਦ ਆ ਵੀ ਇਹ ਮੇਰੇ ਅੰਦਰ ਉਸ ਵੇਲੇ ਕੁਦਰਤੀ ਵਿਚਾਰ ਹੱਡ ਬੀਤੀ ਆ। ਨਿਊਜ਼ੀਲੈਂਡ ਦੇ ਵਿੱਚ ਸੀ ਦਾਸ, ਜਦੋਂ ਉੱਥੇ ਮੈਨੂੰ ਵੀ ਕਿਹਾ, ਕਹਿੰਦੇ ਵੀ ਗਿਆਨੀ ਜੀ ਤੁਸੀਂ ਵੀ ਆ ਜਾਓ, ਇੱਕ ਮ੍ਰਿਤਕ ਸਰੀਰ ਦਾ ਇਸ਼ਨਾਨ ਕਰਵਾਓ। ਮੈਂ ਉਸ ਵੇਲੇ ਮ੍ਰਿਤਕ ਸਰੀਰ ਦਾ ਇਸ਼ਨਾਨ ਕਰਾਉਣ ਚਲ ਗਿਆ। ਹੁਣ ਇਸ਼ਨਾਨ ਮੈਂ ਕਰਵਾ ਰਿਹਾ, ਪਰ ਮੇਰੇ ਅੰਦਰ ਇੱਕ ਆਪਣੇ ਆਪ ਹੀ ਵਿਚਾਰ ਚੱਲ ਰਹੀ ਸੀ, ਇਹ ਤੁਸੀਂ ਵੀ ਸੋਚਿਓ। ਮ੍ਰਿਤਕ ਦਾ ਇਸ਼ਨਾਨ ਸਾਰੇ ਕਰਵਾ ਰਹੇ, ਦਾਸ ਵੀ ਕਰਵਾਈ ਜਾਂਦਾ। ਜਿਵੇਂ ਇਸ਼ਨਾਨ ਕਰਵਾਉਣਾ ਕਰਮ ਹੋ ਰਿਹਾ, ਮੈਂ ਕਹਿ ਲਵਾਂ ਵੀ ਕਿਰਿਆ ਹੋ ਰਹੀ ਹੈ। ਕਿਰਿਆ ਹੁੰਦੀ ਹੋਈ ਵੀ ਇਹ ਕਿਰਿਆ ਹੈ। ਕਿਰਿਆ ਦੇ ਵਿੱਚ ਮੈਂ ਹਾਂ, ਪਰ ਨਹੀਂ ਵੀ ਨਹੀਂ ਆਉ ਨਹੀਂ। ਕਿਉਂਕਿ ਜਦੋਂ ਮੈਂ ਇਸ਼ਨਾਨ ਕਰਵਾਈ ਜਾਂਦਾ ਸੀ ਮੁਰਦੇ ਨੂੰ, ਮੈਂ ਸੋਚੀ ਜਾਂਦਾ ਸੀ ਵੀ ਇਹਦੇ ਪਿੱਛੇ ਮੇਰਾ ਕੋਈ ਭਾਵ ਹੀ ਨਹੀਂ। ਕਰਮ ਹੋ ਹੀ ਜਾਂਦਾ, ਇਹ ਨਹੀਂ ਗੱਲ ਕਰਮ ਨਹੀਂ। ਉਹਨੂੰ ਇਸ਼ਨਾਨ ਕਰਵਾਤਾ, ਸਾਰਾ ਕੁਝ ਕਰਵਾਇਆ, ਪਰ ਇਹਦੇ ਪਿੱਛੇ ਕੋਈ ਭਾਵ ਨਹੀਂ। ਮੁਰਦਾ ਸੀ, ਉਹਦਾ ਇਸ਼ਨਾਨ ਕਰਵਾਇਆ, ਕਿਰਿਆ ਹੋ ਰਹੀ ਸੀ, ਪਰ ਮੈਂ ਉਸ ਵੇਲੇ ਅਕਿਰਿਆ ਸੀ, ਕਿਰਿਆ ਤੋਂ ਰਹਿਤ ਸੀ। ਕਿਰਿਆ ਸੀ, ਕਿਰਿਆ ਤੋਂ ਕਿਉਂ ਨਾ? ਜਿੰਨੇ ਸੰਸਾਰ ਦੇ ਕਰਮ ਹੈ ਉਹ ਕਿਰਿਆ ਤਾਂ ਹੋਵੇ, ਪਰ ਸਾਡੀ ਬਿਰਤੀ ਅਕਿਰਿਆ ਹੋਵੇ। ਕਰਮ ਹੋ ਰਿਹਾ, ਮੇਰਾ ਫਰਜ਼ ਹੈ। ਹੁਣ ਗੁਰੂ ਨਾਨਕ ਨੇ ਕਿਹੜਾ ਕਰਮ ਨਹੀਂ ਕੀਤਾ? 10 ਗੁਰੂ ਸਾਹਿਬਾਨਾਂ ਨੇ ਕਿਹੜਾ ਕਰਮ ਨਹੀਂ ਕੀਤਾ? ਦੱਸੋ, ਤੁਸੀਂ ਕਰਮ ਨਹੀਂ ਕੀਤਾ? ਗੁਰੂ ਨਾਨਕ ਨੇ ਖੇਤੀ ਵੀ ਕੀਤੀ, ਹਲ ਵੀ ਵਾਹਿਆ। ਕੀ ਫਿਰ ਉਹ ਕਰਮਾਂ ਦੇ ਵਿੱਚ? ਜੇ ਉਹ ਕਰਮਾਂ ਦੇ ਵਿੱਚ ਸੀ ਤੇ ਪ੍ਰਮਾਤਮਾ ਤੇ ਕਰਮਾਂ ਦੇ ਵਿੱਚ ਆਉਂਦੇ ਨੇ, ਤਾਂ ਆ ਕਰਮ ਤੋਂ ਰਹਿਤ। ਹੁਣ ਗੁਰੂ ਨਾਨਕ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਉਹ ਖੁਦ ਨਿਰੰਕਾਰ ਸਰੂਪ ਹੈ। 10 ਗੁਰੂ ਸਾਹਿਬਾਨ ਜਾਂ ਭਗਤ, ਹੁਣ ਭਗਤ ਰਵਿਦਾਸ ਜੀ ਕਰਮ ਕਰਦੇ ਸੀ, ਕੀਤੀ ਗੰਢਦੇ ਸੀ। ਭਗਤ ਕਬੀਰ ਜੀ ਜਲਾਹੇ ਸਿੱਖ ਹੋਣ ਦੇ ਨਾਂ ਤੇ ਉਹਨਾਂ ਦੀ ਕਿਰਤ ਸੀ, ਦਰੀਆਂ ਅਦਕ ਬੋਨੀਆਂ। ਭਗਤ ਸਧਨਾ ਜੀ, ਭਗਤ ਸੈਣ ਜੀ, ਇਹ ਜਿੰਨੇ ਭਗਤ ਹੋਏ ਆ, ਭਗਤ ਧੰਨਾ ਜੀ ਕਿਹੜਾ ਕਰਮ ਨਹੀਂ ਕਰਦਾ ਸੀ? ਹੁਣ ਜਿੰਨੇ ਭਗਤ ਹੈ ਬ੍ਰਹਮ ਸਰੂਪ ਹੈ, ਨਿਰੰਕਾਰ ਸਰੂਪ ਹੈ, ਪਰਮਾਤਮਾ ਦਾ ਹੀ ਰੂਪ ਹੈ। ਜੀਵ ਤੇ ਬ੍ਰਹਮ ਦੀ ਕੋਈ ਵੀ ਇੱਥੇ ਇਹ ਮੈਂ ਕਹਾਂ ਬਈ ਭਿੰਨਤਾ ਨਹੀਂ, ਭੇਦ ਨਹੀਂ, ਅਭੇਦ ਹੈ, ਇੱਕੋ ਜਿਹਾ, ਫਰਕ ਹੀ ਨਹੀਂ। ਜਿਵੇਂ ਗੁਰਬਾਣੀ ਨੇ ਕਿਹਾ ਨਾ, 10ਵੇਂ ਪਾਤਸ਼ਾਹ ਦੇ ਬਚਨ ਪੜ੍ਹ ਲਓ ਤੁਸੀਂ। ਮਹਾਰਾਜ ਦੇ ਬਚਨ ਆਪਾਂ ਚੌਪੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ। ਹਰ ਹਰ ਜਨ ਦੋਈ ਇੱਕ ਹੈ, ਬਿਬ ਵਿਚਾਰ ਕਿਛ ਨਾਹੇ, ਜਲ ਤੇ ਉਪਜ ਤਰੰਗ ਜੋ ਜਲ ਹੀ ਵਿਖੇ ਸਮਾਹੇ। ਇੱਕ ਹੀ ਹੈ। ਹੁਣ ਇਹ ਗੱਲ ਯਾਦ ਰੱਖੋ ਤੁਸੀਂ ਵੀ ਮੈਂ ਵਿਚਾਰ ਕਰ ਰਿਹਾ, ਜਿਸ ਵੇਲੇ ਆਪਾਂ ਕਰਤੇ ਹੁੰਨੇ ਆ ਨਾ, ਕਰਮ ਕਰਦੇ ਆ। ਗੁਰੂ ਨਾਨਕ ਨੇ ਕਰਮ ਕੀਤਾ, ਪਰ ਉਹ ਕਰਮ ਦੇ ਪਿੱਛੇ ਕੋਈ ਇੱਛਾ ਨਹੀਂ ਸੀ, ਪ੍ਰਬਲ ਇੱਛਾ।
जिस वेले इच्छा हो जाती है उस वेले संसारी हो जाने हैं, जिस वेले इच्छा तो रह तुन्ने उस वेले निरंकारी हो जाने। इन्नी क गल है। कर्म नहीं छड्डना, जे कर्म छड्ड दिता ते प्रकृति दे दोषी तुसी हो जाओगे। प्रकृति किवें चलूगी? प्रकृति भी तो उसे दी है। हाँ कोई साधु बंदगी करदा वो गल वखरी है। रीसा करे तनाड़ी उन्हां दीयां रीसां नहीं साडे तो होणीआं। बैठे आ ਜਿਹੜੇ बैठे ਉਹਨਾਂ ਦੀ ਕੁਝ ਵਰਤੀ, ਜਿਵੇਂ ਗੁਰਬਾਣੀ ਨੇ ਕਿਹਾ ਨਾ, 10ਵੇਂ ਪਾਤਸ਼ਾਹ ਨੇ, ਸੰਤ ਸਮੂਹ ਅਨੇਕ ਮੱਤੀ ਕੇ, ਅਨੇਕ ਮੱਤਾਂ ਦੇ। ਇਸੇ ਕਰਕੇ ਸ਼ਦ ਭਾਈ ਗੁਰਦਾਸ ਨੇ ਇਹ ਗੱਲ ਲਿਖੀ ਵਾਰਾਂ ਦੇ ਵਿੱਚ, ਆਪਾਂ ਪੜ੍ਹਦੇ ਹਾਂ ਪੌੜੀ, ਸਭ ਤੋਂ ਵੱਡਾ ਭਗਤ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਹਾਂ ਕਹਿੰਦੇ ਸਾਰੇ ਭਗਤ ਹੀ ਆ, ਪਰ ਭਾਈ ਰਾਜਾ ਜਨਕ ਤੇ ਮਾਇਆ ਵਿੱਚ ਹੀ ਉਦਾਸ ਹੈ। ਇੱਥੇ ਕੀ ਸੀਗਾ? ਰਾਜਾ ਜਨਕ ਕਰਤਾ ਜ਼ਰੂਰ ਸੀ, ਪਰ ਕਰਤਾ ਹੁੰਦਾ ਵੀ ਕਿਰਿਆ ਦੇ ਵਿੱਚ ਵਿਚਰਦਾ ਹੋਇਆ ਵੀ ਇਹ ਕਿਰਿਆ ਸੀ, ਕਰਤਾ ਹੁੰਦਾ ਹੋਇਆ ਵੀ ਇਹ ਕਰਤ ਸੀ। ਇਹ ਕਰਤਾ ਕਰਤੇ ਤੋਂ ਰਹਿਤ ਆਪ ਨਹੀਂ। ਫਰਜ਼ ਆ ਕਰਨਾ, ਕੰਮ ਫਰਜ਼ ਆ, ਉਹ ਨਿਭਾਈ ਜਾਂਦਾ। ਅਸੀਂ ਕਸ਼ਿਸ਼ ਹੋ ਜਾਂਦੇ ਹਾਂ, ਮੈਨੂੰ ਆ ਮਿਲੇ, ਮੈਨੂੰ ਆ ਮਿਲੇ, ਮੈਨੂੰ ਆ ਮਿਲੇ, ਬਸ ਜਿਹੜਾ ਮੈਨੂੰ 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 ਮਗਰ ਲੱਗਿਆ ਨਾ, ਇਹੀ ਦੁੱਖ ਦਾ ਰੂਪ ਆ। ਜਿਸ ਵੇਲੇ ਹੋ ਗਿਆ ਮਹਾਰਾਜ ਮੇਰਾ ਫਰਜ਼ ਆ ਤੂੰ ਦੇਣਾ, ਬਸ ਠੀਕ ਆ, ਕਿਆ ਜ਼ਿੰਦਗੀ ਆ। ਇਸ ਕਰਕੇ ਜੋ ਵਰਤਮਾਨ ਸਮਾਂ ਹੈ ਉਹਦੇ ਵਿੱਚ ਜੀਣਾ, ਵਰਤਮਾਨ ਵਿੱਚ ਜੀਣਾ ਸਾਧੂ। ਭੂਤਕਾਲ ਦੀ ਇੱਛਾ ਰੱਖਣੀ, ਭਵਿੱਖਕਾਲ ਜੋ ਮਰ ਗਿਆ ਉਹਦੇ ਬਾਰੇ ਸੋਚਣਾ ਸੰਸਾਰੀ। ਵਰਤਮਾਨ ਵਿੱਚ ਰਹਿ ਕੇ ਨਿਰੰਕਾਰੀ। ਸਿੱਧੀ ਜੀ ਗੱਲ ਹੈ, ਕੋਈ ਔਖੀ ਗੱਲ ਨਹੀਂ ਇਹ। ਇਸ ਕਰਕੇ ਗੁਰਬਾਣੀ ਇਹ ਗੱਲ ਕਹਿੰਦੀ ਹੈ, ਗੁਰੂ ਬਾਣੀ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਇੱਕ ਥਾਂ ਤੇ ਨਹੀਂ, ਥਾਵਾਂ ਥਾਵਾਂ ਤੇ ਇਹ ਗੱਲ ਕਹਿੰਦੇ ਆ ਵੀ ਭਾਣੇ ਵਿੱਚ ਰਹੋ। ਹੁਣ ਭਾਣਾ ਕੀ ਆ? ਸੋ ਸਖਾ ਬੰਧਪ ਹੈ ਭਾਈ ਜੋ ਗੁਰ ਕੈ ਭਾਣੇ ਵਿੱਚ ਆਵੇ। ਮਹਾਰਾਜ ਕਹਿੰਦੇ ਉਹ ਮੇਰਾ ਮਿੱਤਰ ਹੈ, ਬੰਧਪ ਰਿਸ਼ਤੇਦਾਰ ਹੈ, ਉਹ ਭਾਈ ਆ ਕਿਹੜਾ ਜਿਹੜਾ ਗੁਰੂ ਦੇ ਭਾਣੇ ਵਿੱਚ ਆਉਂਦਾ। ਗੁਰੂ ਦਾ ਭਾਣਾ ਕੀ ਆ? ਵਰਤਮਾਨ ਜੋ ਚੱਲ ਰਿਹਾ ਮਹਾਰਾਜ, ਜੋ ਚੱਲ ਰਿਹਾ ਬਸ ਸੱਤ ਹੈ। ਇਸੇ ਕਰਕੇ ਸੱਤ ਬਚਨ ਜਿੱਥੋਂ ਨਿਕਲਿਆ ਨੇ ਵਰਤਮਾਨ ਚ, ਮੈਂ ਸੋਚਦਾ ਹੁੰਨਾ ਸੱਤ ਬਚਨ ਵੀ ਵਰਤਮਾਨ ਚੋਂ ਨਿਕਲੇ। ਸੱਤ ਹੋ ਰਿਹਾ, ਸੱਤ ਝੂਠਾ ਤੇ ਕੁਝ ਹੋ ਹੀ ਨਹੀਂ ਰਿਹਾ, ਸੱਤ ਹੀ ਹੋਈ ਜਾਂਦਾ। ਭਵਿੱਖ ਕਾਲ ਦੇ ਵਿੱਚ ਗਹਿਰੀ ਇੱਛਾ ਰੱਖ ਕੇ ਜੀਵਾਂਗੇ, ਦੁਖੀ ਹੋਵਾਂਗੇ। ਭੂਤ ਕਾਲ ਦੇ ਵਿੱਚ ਰਵਾਂਗੇ, ਜੋ ਲੰਘ ਗਿਆ, ਜੋ ਬਜ਼ੁਰਗ ਅੱਜ ਤੱਕ ਜ਼ਿਆਦਾ ਰਹਿੰਦੇ ਆ, ਦੁਖੀ ਹੁੰਦੇ ਆ। ਔਰ ਇੱਕ ਗੱਲ ਹੋਰ ਯਾਦ ਰੱਖਿਓ, ਇੱਥੋਂ ਵਿਚਾਰ ਤੋਂ ਵਿਚਾਰ ਹੀ ਨਿਕਲਦੀ ਆ। ਵਿਚਾਰ ਕੀ ਆ? ਸਾਨੂੰ ਗਿਆਨੀ ਜੀ ਦੱਸਦੇ ਹੁੰਦੇ ਸੀ, ਜਿਵੇਂ ਪਾਣੀ ਦੇ ਵਿੱਚ ਇੱਕ ਵੱਟਾ ਸੁੱਟੀ ਦਾ ਤੇ ਕਿੰਨੀਆਂ ਤਰੰਗਾਂ ਨਿਕਲ ਆਉਂਦੀਆਂ। ਠੀਕ ਹੈ ਜੀ, ਹਿਰਦੇ ਰੂਪੀ ਕਹਿ ਲਵੋ ਜਾਂ ਗਿਆਨ ਰੂਪੀ, ਵਿਵੇਕ ਰੂਪੀ ਸਰੋਵਰ ਦੇ ਵਿੱਚ ਇੱਕ ਵਿਚਾਰ ਰੂਪੀ ਛੋਟੀ ਜੀ ਵੱਟੀ ਸੁੱਟ ਦਿਓ। ਛੋਟੀ ਜੀ ਵੱਟੀ ਸੁੱਟ ਦਿਓ, ਬਸ ਉੱਥੋਂ ਫਿਰ ਵਿਚਾਰਾਂ ਹੀ ਵਿਚਾਰਾਂ ਚੱਲ ਪਈਆਂ। 1 ਤੋਂ 2, 2 ਤੋਂ 4, ਕਿਉਂਕਿ ਇਹ ਮਨ ਕੀ ਹੈ? ਇਹ ਵਿਚਾਰਾਂ ਦਾ ਸੰਗ੍ਰਹਿ ਹੈ। ਪਤਾ ਹੀ ਨਹੀਂ ਕਿੰਨੀਆਂ ਕੁ ਵਿਚਾਰਾਂ, ਜਨਮ ਜਨਮੰਤਰ। ਇੱਕ ਤੇ ਬੁਰੀਆਂ ਵਿਚਾਰਾਂ, ਇਹ ਵੀ ਯਾਦ ਰੱਖਿਓ, ਉਹ ਬੁਰੀਆਂ ਵਿਚਾਰਾਂ ਜਿਹੜੀਆਂ ਉਹ ਪਾਪ ਦਾ ਕਾਰਨ ਬਣ ਜਾਂਦੀਆਂ। ਸ਼ੁਭ ਵਿਚਾਰਾਂ ਇਹ ਪੁੰਨ ਦਾ ਕਾਰਨ ਬਣ ਜਾਂਦੀਆਂ। ਜਿੱਥੇ ਨਿਰਵਿਚਾਰ ਹੈ ਉੱਥੇ ਨਿਰੰਕਾਰ ਹੈ। ਸਿੱਧੀ ਜੀ ਗੱਲ ਹੈ। ਚੇਤੇ ਰੱਖਿਓ, ਭਵਿੱਖ ਕਾਲ ਔਰ ਭੂਤ ਕਾਲ, ਆਉਣ ਵਾਲਾ ਸਮਾਂ ਔਰ ਲੰਘਿਆ ਸਮਾਂ, ਇਹ ਦੋ ਕਾਲ ਹੈ ਜਿਹੜੇ ਆਵਾਗਮਨ ਦਾ ਚੱਕਰ ਬਣਾ ਦਿੰਦੇ। ਵਰਤਮਾਨ ਨਹੀਂ ਬਣਾਉਂਦਾ। ਵਰਤਮਾਨ ਜੇ ਕਿਤੇ ਹੋਊਗਾ ਵੀ ਤੇ ਗ੍ਰੰਥਾਂ ਨੇ ਮੰਨਿਆ ਪਰਾਲਬਧ ਕਰਕੇ ਆ। ਕੋਈ ਪਿਛਲੀ ਪਰਾਲਬਧ ਪਈ ਹੁੰਦੀ ਆ, ਉਹ ਭੁਗਤਣੀ ਹੁੰਦੀ ਆ। ਇਹ ਸਾਧੂ ਮਹਾਤਮਾ ਜਿਹੜੇ ਜਨਮ ਭੁਗਤਦੇ ਆ, ਕੋਈ ਪਿਛਲੀ, ਕਿਉਂਕਿ ਪਰਾਲਬਧ ਭੁਗਤਣੀ ਪੈਂਦੀ ਆ।
ਭਵਿੱਖ ਕਾਲ ਔਰ ਭੂਤ ਕਾਲ, ਜੋ ਆਉਣ ਵਾਲਾ ਸਮਾਂ ਹੈ ਔਰ ਜੋ ਬੀਤ ਚੁੱਕਿਆ, ਜਿਸ ਵੇਲੇ ਸਾਡੀ ਇਹਦੇ ਵਿੱਚ ਬਿਰਤੀ ਰਹਿੰਦੀ ਹੈ, ਇਹ ਆਵਾਗਮਨ ਦਾ ਚੱਕਰ ਬਣਾਉਂਦੀ ਹੈ, ਕਿਉਂਕਿ ਵਾਸ਼ਨਾ ਦਾ ਕਾਰਨ ਹੈ। ਗੁਰੂ ਭਾਈ ਗੁਰਦਾਸ ਨੂੰ ਪੁੱਛੋ, ਭਾਈ ਗੁਰਦਾਸ ਜੀ ਕਹਿੰਦੇ, ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਵੇ। ਭਾਈ ਇਹ ਜੁਗ ਜੁਗ, ਜੁਗ ਪਲੱਸ ਜੁਗ 2 + 2, ਹੁਣ 2 + 2 ਕੀ ਹੋ ਗਏ 4, ਤੇ 4 ਯੁੱਗ ਕਿਹੜੇ ਆ? ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ। ਇਹ ਚਾਰੇ ਯੁੱਗ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ, ਇਹ ਵਾਸ਼ਨਾ ਦਾ ਬੰਨਿਆ ਹੀ ਤੁਰਿਆ। ਇਹਨੂੰ 84 ਲੱਖ ਦਾ ਗੇੜ ਕਹਿ ਲਵੋ, ਆਵਾਗਮਨ ਦਾ ਚੱਕਰ ਕਹਿ ਲਵੋ, ਜਨਮ ਮਰਨ ਦਾ ਗੇੜ ਕਹਿ ਲਵੋ, ਜੂਨਾ ਦਾ ਗੇੜ ਕਹਿ ਲਵੋ, ਕੁਝ ਵੀ ਹੈ, ਨਾਮ ਤੁਸੀਂ ਦੇਣੇ ਆ। ਪਰ ਮੈਂ ਹਾਂ, ਜਦੋਂ ਇਹਨਾਂ ਵਾਸ਼ਨਾਵਾਂ ਦੇ ਅਧੀਨ ਅਸੀਂ ਹਾਂ, ਤੇ ਆਵਾਗਮਨ ਦਾ ਚੱਕਰ ਜਦੋਂ ਵਾਸ਼ਨਾਵਾਂ ਤੋਂ ਉੱਪਰ ਹੋ ਗਏ, ਵਰਤਮਾਨ ਵਿੱਚ ਜੀਣ ਦੀ ਆਦਤ ਪਾਓ। ਪਹਿਲਾਂ ਨਹੀਂ ਪੈਣੀ, ਛੇਤੀ ਨਹੀਂ ਪੈਣੀ। ਇਹ ਵੀ ਨਾਲ ਕਹਿ ਦੇਵਾਂ ਵੀ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਗੀ। ਸਤ ਸੰਗਤ ਕਰਨੀ ਪੈਣੀ ਆ, ਸ਼ੁਭ ਕਰਮ ਕਰਨੇ ਪੈਣੇ ਆ, ਦਇਆ ਸੰਤੋਖ ਦੇ ਧਾਰਨੀ ਹੋਣਾ ਪੈਣਾ। ਸਤ ਸੰਗਤ ਕਰਾਂਗੇ, ਉਹਦੇ ਵਿੱਚ ਗਿਆਨ ਦੇ ਧਾਰਨੀ ਹੋਣਾ ਪੈਣਾ, ਗ੍ਰੰਥਾਂ ਦੇ ਅਧਿਕਾਰੀ ਬਣਨਾ ਪੈਣਾ, ਸ਼ਾਸਤਰ ਵਿਦਿਆ ਪ੍ਰਾਪਤ ਕਰਨੀ ਪੈਣੀ ਆ। ਇਹ ਕੋਈ ਛੋਟੀ ਗੱਲ ਥੋੜੀ ਆ। ਸਾਧੂ ਦੀ ਸੰਗਤ ਕਰਨੀ ਪੈਣੀ ਆ, ਇਹ ਬਹੁਤ ਵੱਡੀ ਗੱਲ ਹੈ। ਫਿਰ ਕਿਤੇ ਵਰਤਮਾਨ ਬਾਰੇ ਪਤਾ ਹੀ ਲੱਗੇਗਾ, ਪਤਾ ਹੀ ਲੱਗਦਾ ਫਿਰ ਕਿਤੇ ਜਾ ਕੇ। ਨਹੀਂ ਕਿਹਨੂੰ ਪਤਾ ਇੱਥੇ ਵਰਤਮਾਨ ਬਾਰੇ? ਆਪਣੇ ਪਿੰਡ ਵਿੱਚ ਹੀ ਦੇਖ ਲਓ, ਕਿਸੇ ਨੂੰ ਇੰਨਾ ਕਹਿ ਕੇ ਦੇਖ ਲਓ ਵੀ ਵਰਤਮਾਨ ਬਾਰੇ ਵਿੱਚ ਕੁਝ ਪਤਾ, ਵਰਤਮਾਨ ਵਿੱਚ ਜੀਣਾ। ਉਹ ਬਹੁਤੇ ਕਹਿਣਗੇ ਵਰਤਮਾਨ ਵਿੱਚ ਕਿਵੇਂ ਜੀਏ। ਵਰਤਮਾਨ ਵਿੱਚ ਜੀਵੋਗੇ ਤੇ ਜਿਹੜੀਆਂ ਸਾਡੀਆਂ ਵਾਸ਼ਨਾਵਾਂ ਹੌਲੀ 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 ਸਮਾਂ ਪਾ ਕੇ ਮੱਧਮ ਪੈਣਗੀਆਂ, ਔਰ ਅਭਿਆਸ ਮੈਨੂੰ ਹੀ ਕਰਨਾ ਪੈਣਾ, ਦੂਸਰਾ ਨਹੀਂ ਕੋਈ ਕਰ ਸਕਦਾ। ਕਈ ਕਹਿੰਦੇ ਆ ਜੀ ਕਿਰਪਾ ਕਰ ਦੋ, ਫਲਾਨਾ ਕਰ ਦੋ। ਜਿਵੇਂ ਆ ਬਾਬੇ, ਨਰਮਲ ਬਾਬਾ ਨਹੀਂ ਸੀਗਾ, ਉਹ ਸਮੋਸਿਆਂ 'ਚ ਕਿਰਪਾ ਵੰਡੀ ਜਾਂਦਾ, ਪਕੌੜਿਆਂ 'ਚ ਕਿਰਪਾ ਵੰਡੀ ਜਾਂਦਾ। ਐਸਾ ਨਹੀਂ, ਉਹ ਕਿਰਪਾ ਜਿਹੜੀਆਂ ਹੈਗੀਆਂ, ਕਿਉਂਕਿ ਤੁਸੀਂ ਲੋਕ ਨਾ, ਜਿਹੜੇ ਇਹ ਲੋਕ ਆ, ਇਹਨਾਂ ਨੇ ਤੁਹਾਡੀ ਕਮਜ਼ੋਰੀ ਨੂੰ ਫੜ ਲਿਆ। ਮੈਂ ਕਥਾ 'ਚ ਕਈ ਵਾਰ ਇਹ ਬੇਨਤੀ ਕੀਤੀ ਆ ਵੀ ਤੁਹਾਡੀਆਂ ਕਮਜ਼ੋਰੀਆਂ ਇਹਨਾਂ ਲੋਕਾਂ ਨੇ, ਪਖੰਡੀ ਲੋਕਾਂ ਨੇ, ਕਰਮਕਾਂਡੀ ਲੋਕਾਂ ਨੇ, ਇਹ ਸਾਧ ਲੋਕਾਂ ਨੇ। ਹਾਂ, ਸਾਧੂ ਸਹੀ ਹੁੰਦਾ, ਇਹ ਮੈਨੂੰ ਹਰ ਥਾਂ ਕਹਿਣਾ ਪੈਂਦਾ। ਜਿਹੜੇ ਇਹ ਸਾਧ ਲੋਕ ਹੈ, ਇਹ ਪਖੰਡੀ ਸਾਧ ਨਹੀਂ, ਇਹ ਸਾਧ ਆ। ਇਹਨਾਂ ਨੇ ਤੁਹਾਡੀਆਂ ਕਮਜ਼ੋਰੀਆਂ ਫੜ ਲਈਆਂ, ਕਿਉਂਕਿ ਤੁਸੀਂ ਤੇ ਖੁਦ ਕਹਿੰਦੇ ਆ ਮੈਨੂੰ ਆਹ ਚਾਹੀਦਾ, ਮੈਨੂੰ ਉਹ ਚਾਹੀਦਾ। ਉਹ ਤੁਹਾਡੀਆਂ ਕਮਜ਼ੋਰੀਆਂ ਫੜੀ ਬੈਠੇ ਆ ਬਸ। ਤੁਸੀਂ ਕੁਝ ਮਾਇਆ ਵਾਲੇ ਲੋਕ ਆ, ਮੈਂ ਦੇਖਿਆ ਬਾਹਰਲੀ ਕੰਟਰੀਆਂ ਦੇ ਵਿੱਚ, ਉਹ ਡਰਦੇ ਹੀ ਬਾਹਲੇ ਡਰਦੇ ਆ। ਮੈਂ ਤਾਂ ਕਹਿੰਦਾ ਉਹਨਾਂ ਤੋਂ ਡਰਦੇ ਕਿਉਂ ਆ? ਡਰਨਾ ਹੈ, ਬੁਰੇ ਕਰਮਾਂ ਤੋਂ ਡਰੋ। ਪਰ ਜਿਹੜਾ ਉਹ ਡਰ ਆ ਤੁਹਾਡਾ, ਜਿਹੜਾ ਡਰ ਆ ਨਾ ਤੁਹਾਡਾ, ਉਹ ਡਰ ਦਾ ਫਾਇਦਾ ਕੌਣ ਚੁੱਕ ਰਹੇ ਆ? ਇਹ ਜਿਹੜੇ ਪਖੰਡੀ ਸਾਧ। ਤੁਸੀਂ ਆਏ ਹੋ ਜੂ, ਤੁਹਾਡੇ ਨਾਲ ਆਏ ਹੋ ਜੂ, ਡਰਾਉਂਦੇ ਇੰਨਾ। ਉਹ ਤੁਹਾਡੀਆਂ ਕਮਜ਼ੋਰੀਆਂ ਉਹਨਾਂ ਨੇ ਫੜ ਲਈਆਂ। ਤੁਸੀਂ ਦੁਖੀ ਹੈ, ਦੁਖੀ ਹੋਣ ਕਰਕੇ ਤੁਹਾਡੀਆਂ ਕਮਜ਼ੋਰੀਆਂ ਉਹਨਾਂ ਨੇ ਕੈਚ ਕਰ ਲਈਆਂ, ਇਸੇ ਕਰਕੇ ਤੁਹਾਨੂੰ ਵਰਤੀ ਜਾਂਦੇ। ਤੁਸੀਂ ਜੋ ਹੈ ਸੁੱਟੀ ਜਾਂਦੇ ਆ। ਹੁਣ ਇੱਕ ਗੱਲ ਯਾਦ ਰੱਖਿਓ, ਸਮੋਸਿਆਂ ਵਾਲੀ ਜਾਂ ਦੂਜੀ ਤੀਜੀ ਇਹ ਕਿਰਪਾ ਨਹੀਂ। ਕਿਰਪਾ ਵੀ ਉਦੋਂ ਹੋਵੇਗੀ ਜੇ ਕਿਰਪਾ ਦਾ ਪਾਤਰ ਬਣੇਗਾ। ਕਿਰਪਾ ਦਾ ਪਾਤਰ ਤੇ ਬਣਿਆ ਨਹੀਂ, ਕਹਿੰਦਾ ਮੇਰੇ ਤੇ ਕਿਰਪਾ ਹੋ ਜੇ। ਸੂਰਜ ਦੀਆਂ ਕਿਰਨਾਂ ਜਿਹੜੀਆਂ, ਸੂਰਜ ਦਾ ਜਿਹੜਾ ਪ੍ਰਕਾਸ਼ ਆ ਨਾ, ਪਸਰ ਰਿਹਾ। ਤੂੰ ਬੂਹਾ ਲਾਇਆ, ਤੂੰ ਕਮਰਾ ਕੀਤਾ ਬੰਦ, ਅੰਦਰ ਬੈਠਾ ਕਹੀ ਜਾਣਾ ਮੇਰੇ ਤੇ ਕਿਰਪਾ ਹੋ ਜੇ, ਮੇਰੇ ਤੇ ਕਿਰਪਾ ਹੋ ਜੇ, ਮੇਰੇ ਤੇ ਕਿਰਪਾ ਹੋ ਜੇ। ਔਖੀ ਆ ਖੇਡ। ਜਿਸ ਵੇਲੇ ਬੂਹਾ ਖੋਲੇਗਾ, ਤਖਤੀਆਂ ਖੋਲੇਗਾ, ਬਾਰੀਆਂ ਖੋਲੇਗਾ, ਤੇ ਕਰਨਾ ਅੰਦਰ ਪਸਰਨਗੀਆਂ। ਯਾਦ ਰੱਖੀ, ਮੂੰਦ ਲਈਏ ਦਰਵਾਜੇ, ਗੁਰਬਾਣੀ ਵਿੱਚ ਬਚਨ ਹੁੰਦਾ ਹੈ।
ਅੰਤਿਸ਼ ਕਰਨ ਦਾ ਜਿਹੜਾ ਬੂਹਾ ਨਾ ਉਹ ਤੂੰ ਬੰਦ ਕਰੀ ਬੈਠਾ। ਗਿਆਨ ਦੀਆਂ ਕਰਨਾਂ ਜਿਹੜੀਆਂ ਗੁਰੂ ਨਾਨਕ ਦੇ ਘਰ ਦੀ ਜਿਹੜੀ ਗਿਆਨ ਦੀ ਕਿਰਨ ਉਹ ਤੇ ਪਸਰਦੀ ਆ, ਪਰ ਤੂੰ ਬੰਦ ਕੀਤਾ, ਬੂਹਾ ਹੀ ਬੰਦ ਕੀਤਾ, ਕੰਨ ਬੰਦ ਕੀਤੇ ਹੋਏ ਆ, ਉਧਰ ਨੂੰ ਜਾਂਦਾ ਹੀ ਨਹੀਂ। ਫਿਰ ਐ ਕਿਵੇਂ ਕਿਰਪਾ ਹੋ ਜੇ? ਭਾਂਡਾ ਖਾਲੀ ਹੈ, ਭਾਂਡਾ ਖਾਲੀ ਦੇ ਵਿੱਚ ਮੈਲ ਵੀ ਆ, ਉਹ ਭਰਿਆ ਪਿਆ ਗੰਦਗੀ ਦੇ ਨਾਲ। ਜਿੰਨਾ ਚਿਰ ਉਹ ਮੈਲ ਤੇ ਗੰਦਗੀ ਨਹੀਂ ਕੱਢਦਾ, ਔਰ ਕੱਢਣ ਦੇ ਲਈ ਤੈਨੂੰ ਯਤਨ ਕਰਨਾ ਪੈਣਾ, ਬੂਹਾ ਖੋਲਣ ਦੇ ਲਈ ਉੱਠ ਕੇ ਬੂਹੇ ਕੋਲ ਜਾਣਾ ਪੈਣਾ। ਇਹਨੂੰ ਗੁਰੂ ਨਾਨਕ ਨੇ, ਗੁਰੂ ਨਾਨਕ ਦੀ ਵਡਿਆਈ ਕਰਦਿਆਂ ਹੋਇਆਂ ਭਾਈ ਗੁਰਦਾਸ ਨੇ ਇਹਨਾਂ ਬਚਨਾਂ ਨੂੰ ਲਿਖਿਆ। ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਬਚਨ ਆਉਂਦੇ ਆ ਨਾ, ਇੱਕ ਪਿੰਡਾ ਜਾਏ ਚੱਲ ਸਤਿਗੁਰ ਕੋਟ ਪਿੰਡਾ ਆਗੇ ਹੋਏ ਲੇਤ ਹੈ। ਇੱਕ ਕਦਮ ਤੇ ਚੁੱਕ, ਥੋੜਾ ਜਿਹਾ ਬੂਹਾ ਤੇ ਖੋਲ, ਪਰ ਮੈਂ ਬੈਠਾ, ਮੈਂ ਭਾਂਡਾ ਸਵਾਰਨ ਦੀ ਕੋਸ਼ਿਸ਼ ਹੀ ਨਹੀਂ ਕਰ ਰਿਹਾ। ਯਾਦ ਰੱਖਿਓ, ਅਭਿਆਸ ਤੁਹਾਨੂੰ ਕਰਨਾ ਪੈਣਾ ਵਰਤਮਾਨ ਵਿੱਚ ਆਉਣ ਦੇ ਲਈ। ਜੇ ਤੁਸੀਂ ਕਹਿ ਦੋ ਵੀ ਨਹੀਂ ਆਈ ਆ ਜਾਾਂਗੇ, ਨਹੀਂ ਆਇਆ ਜਾਣਾ। ਗੁਰੂ ਨਾਨਕ ਨੇ ਮੋਹਰ ਲਾ ਕੇ ਬਚਨ ਕਹਿ ਦਿੱਤੇ, ਜਨਮ ਜਨਮ ਕਿਸ ਮਨ ਕੋ ਮੈਲ ਲਾਗੀ, ਔਰ ਮੈਲ ਲੱਗੀ ਆ ਹੋਰ ਮੈਲ ਪੱਕੀ ਕਰੀ ਜਾਂਦੀ। ਫਿਰ ਐਸੀ ਕਹਿੰਦੇ ਕਾਲਾ ਹੋਆ ਸੇ ਖੰਨਲੀ ਧੋਤੀ ਉਜੜੀ ਨਾ ਹੋਵੇ ਜੇ ਸੋ ਧੋਵਣ। ਖੰਨਲੀ ਕੋਲੂ ਦੇ ਚੱਕੀ ਦੇ ਵਿੱਚ ਜਿਹੜੀ ਲੀਰ ਹੁੰਦੀ ਆ ਨਾ, ਆਹਾ ਹਾ, ਇੱਕ ਇੱਕ ਬਚਨ ਗੁਰੂ ਗ੍ਰੰਥ ਸਾਹਿਬ ਦਾ ਪੜੋ। ਉਹ ਲੀਰ ਪੱਟ ਨੂੰ ਪਾਟ ਜੋ ਇੰਨੀ ਗੰਦੀ ਹੁੰਦੀ ਹੈ ਵੀ ਉਹਦੀ ਕਾਲ ਅੱਖ ਨਹੀਂ ਜਾਂਦੀ। ਦ੍ਰਿੜ ਦ੍ਰਿੜ ਕਹਿੰਦੇ ਨੇ ਪੱਕਾ। ਮਜੀਠੇ ਦੇ ਰੰਗ ਦੀ ਤਰ੍ਹਾਂ ਤੇ ਆਪਣੇ ਮਨ ਨੂੰ ਮੈਲਾ ਕਰੀ ਬੈਠੇ, ਇੰਨਾ ਮੈਲਾ ਹੋਇਆ ਪਿਆ, ਤੇ ਕਹਿੰਦੇ ਆ ਵੀ ਕਿਰਪਾ। ਹੁਣ ਇਹਨੂੰ ਧੋਣ ਦਾ ਯਤਨ ਤੂੰ ਕਰਨਾ, ਗੁਰੂ ਬਖਸ਼ਿਸ਼ ਇਹਨੂੰ ਕਹਿੰਦੇ ਆ ਵੀ ਕਿਰਪਾ ਉਹਦੀ ਹੋਵੇਗੀ, ਕਰਮ ਤੂੰ ਕਰ। ਅਭਿਆਸ ਤੈਨੂੰ ਕਰਨਾ ਪੈਣਾ ਗ੍ਰੰਥਾਂ ਦੇ ਮੁਤਾਬਕ, ਪੁਨਾ ਪੁਨਾ ਅਭਿਆਸ। ਇਹ ਮੇਰੇ ਖਿਆਲ ਸਾਰ ਕਿਤਾਬਲੀ ਵਿੱਚ ਬਚਨ ਆਉਂਦੇ, ਪੁਨਾ ਪੁਨਾ ਅਭਿਆਸ, ਵਾਰ-ਵਾਰ ਅਭਿਆਸ, ਵਾਰ-ਵਾਰ ਅਭਿਆਸ। ਵਰਤਮਾਨ ਸਮੇਂ ਦੇ ਵਿੱਚ ਆਉਣ ਦੇ ਲਈ ਵਾਰ-ਵਾਰ ਅਭਿਆਸ ਕਰੋ। ਮੈਂ ਵਰਤਮਾਨ ਵਿੱਚ ਜੀਣਾ, ਮੈਂ ਵਰਤਮਾਨ। ਅਭਿਆਸ ਕੀ ਆ ਹੁਣ ਤੁਹਾਨੂੰ ਇਹ ਵੀ ਮੈਂ ਦੱਸਾਂ ਤੇ ਬਹੁਤ ਅਭਿਆਸ ਕਰਕੇ ਜਿਹੜੇ ਜਿੰਨੇ ਬੰਦਿਆਂ ਨੂੰ ਹੱਕ ਪੈਂਦੀ ਆ ਨਾ, ਮੈਂ ਦੇਖੇ ਆ। ਹੱਕ ਆਪਾਂ ਸਮਝਦੇ ਆ, ਇੱਕ ਅੱਖਰ ਨੂੰ ਬੋਲਣ ਲੱਗੇ ਅੜਦੇ ਆ। ਉਹਨਾਂ ਨੇ ਅਭਿਆਸ ਕਰ ਕਰਕੇ ਆਪਣੀ ਹੱਕ ਪੈਣੀ ਵੀ ਬੰਦ ਕਰਵਾ ਦਿੱਤੀ। ਅਭਿਆਸੀ ਬੰਦਿਆਂ ਨੇ ਇੱਥੋਂ ਤੱਕ ਮੈਂ ਦੇਖਦਾ ਹਾਂ, ਤੁਸੀਂ ਵੀ ਦੇਖਦੇ ਆ, ਸੋਸ਼ਲ ਮੀਡੀਆ ਦੇ ਉੱਪਰ ਦੇਖਿਆ, ਟੀਵੀ ਉੱਪਰ ਵੀ ਦੇਖਿਆ ਵੀ ਕਿੱਡੀਆਂ ਚੋਟੀਆਂ ਮੰਜ਼ਲਾਂ ਜਿਹੜੀਆਂ, ਉਹਨਾਂ ਦੇ ਉੱਪਰ ਕੁਰਸੀ ਤੇ ਬਹਿ ਜਾਂਦੇ ਆ। ਦੋ ਕੁਰਸੀ ਦੇ ਜਿਹੜੇ ਅਗਲੇ ਹੈਗੇ ਆ ਪਾਵੇ, ਉਹ ਬਿਲਡਿੰਗ ਤੋਂ ਅੱਗੇ ਕੀਤੇ ਹੁੰਦੇ ਆ। ਦੋਵਾਂ ਬਿਲਡਿੰਗਾਂ ਦੇ ਉੱਪਰ ਕਿੰਨੀ ਉੱਚੀ ਚੋਟੀ ਤੇ ਉਹ ਏਦਾਂ ਬੈਠ ਕੇ ਚਾਹ ਪੀ ਲੈਂਦੇ ਆ। ਯਾਨੀ ਅਭਿਆਸ, ਪਹਿਲਾਂ ਅਭਿਆਸ ਕੀਤਾ ਉਹਨਾਂ ਨੇ। ਕਿਸੇ ਵੀ ਚੀਜ਼ ਦਾ ਅਭਿਆਸ ਕਰੋਗੇ, ਗੁਰਮੰਤਰ ਦਾ ਅਭਿਆਸ ਕਰੋਗੇ, ਵਾਹਿਗੁਰੂ ਨਾਮ ਦਾ ਅਭਿਆਸ ਕਰੋਗੇ, परमात्मा का रूप होवोगे 100%। महाराज ने बाणी च मोहर लाई है नाम के प्रति, नाम के तारे सगले जंत, नाम के तारे खंड ब्रह्मंड। वर्तमान में आने के लिए तुहानू अभ्यास करना पहला, क्योंकि भविष्यत विचारां और भूतकाल विचारां साडे अंदरों निकलदियां नहीं। और याद रखियो वर्तमान विच आउण दे लई अभ्यास की लोड़ है। जिथे अभ्यास की लोड़ है उत्थे गुरु की भी लोड़ है, जिथे गुरु की लोड़ है उत्थे शास्त्रां की ते ज्ञान की लोड़ है, जिथे ज्ञान ते शास्त्रां की लोड़ है उत्थे सतसंगत की लोड़ है। ये सहायक है वर्तमान आउण, वर्तमान समय विच आउण दे लई। ये तीन काल, तिन्नां कालां ते व्याख्या ते होर भी बहुत लंबी हो सकती सी, पर आपां तिन्नां कालां ते व्याख्या की, गुरु साहब ने व्याख्या करवाई। इस करके भाई वर्तमान में जीना सीखो। जो समा चल रहा जीवोगे तो औखे नहीं होवोगे। गुरु कृपा करे, वर्तमान यही है सत्संगत, नाम सिमरन अभ्यास। उस वर्तमान दे विच एक पल्ला पढ़ लवो गुरु नानक दी बाणी दा,
ਆਪੇ ਹੀ ਆ ਜਾਓਗੇ ਵਰਤਮਾਨ ਦੇ ਵਿੱਚ। ਬਾਣੀ ਪੜੋ, ਅਭਿਆਸ ਕਰੋ। ਵਰਤਮਾਨ ਜਿੰਨਾ ਚਿਰ ਵਰਤਮਾਨ ਵਿੱਚ ਨਹੀਂ ਆਉਂਦੇ ਉਹਨਾਂ ਚਿਰ ਦੁੱਖ ਦਾ ਕਾਰਨ ਹੈ। ਸੋ ਗੁਰੂ ਕਿਰਪਾ।